ਧੰਨ ਵਾਹਿਗੁਰੂ ਜੀਓ। ਗੌੜੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਦੀਨ ਦਇਆਲ ਭਰੋਸੇ ਤੇਰੇ, ਸਭ ਪਰਵਾਰ ਚੜਾਇਆ ਬੇੜੇ ਰਹਾ। ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਨ ਜਾਨੀ। ਕਹੋ ਕਬੀਰ ਭਜ ਸਾਰੰਗ ਪਾਨੀ, ਉਰਵਾਰ ਪਾਰ ਸਭ ਏਕੋ ਦਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਯਤਨ ਕਰਦੇ ਹਾਂ, ਜਿੱਥੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਪ੍ਰਾਪਤ ਕਰਦੇ ਹਾਂ, ਉੱਥੇ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਨੂੰ ਆਪਣੀ ਮਤ ਬੁੱਧ ਸਮਰੱਥਾ ਮੁਤਾਬਕ ਆਪਾਂ ਵਿਚਾਰਦਿਆਂ ਹੋਇਆਂ ਸਮਝਣ ਦਾ ਉਪਰਾਲਾ ਕਰਦੇ ਹਾਂ। ਇਸੇ ਲੜੀ ਤਹਿਤ ਗੌੜੀ ਰਾਗ ਵਿੱਚੋਂ ਆਪ ਜੀ ਨੇ ਭਗਤ ਕਬੀਰ ਜੀ ਦਾ ਇਹ ਪਾਵਨ ਸ਼ਬਦ ਸਰਵਣ ਕੀਤਾ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 337 ਉੱਪਰ ਸੁਭਾਇਮਾਨ ਹੈ। ਦੀਨ ਸ਼ਬਦ ਦਾ ਅਰਥ ਹੈ ਗਰੀਬ, ਜਿਹੜਾ ਕਿਸੇ ਪਾਸੋਂ ਥੋੜ ਵਿੱਤਾ ਹੋਵੇ, ਘਾਟੇ ਬੰਦਾ ਇਨਸਾਨ ਹੋਵੇ। ਜਿਵੇਂ ਸਮਾਜ ਵਿੱਚ ਆਪਾਂ ਵੇਖਦੇ ਹਾਂ, ਆਮ ਤੌਰ ਦੇ ਉੱਤੇ ਅਸੀਂ ਗਰੀਬੀ ਨੂੰ ਕੇਵਲ ਪੈਸੇ ਨਾਲ ਜਾਂ ਪ੍ਰੋਪਰਟੀ ਨਾਲ ਤੋਲਦੇ ਹਾਂ ਵੀ ਗਰੀਬ ਉਹ ਹੈ ਜਿਸ ਕੋਲ ਪੈਸਾ ਨਹੀਂ, ਪ੍ਰਾਪਰਟੀ ਨਹੀਂ, ਜਾਇਦਾਦ ਨਹੀਂ, ਉਹ ਲੋੜੀਂਦੀਆਂ ਚੀਜ਼ਾਂ ਆਪਣੇ ਜੀਵਨ ਦੀਆਂ ਸਹੂਲਤਾਂ ਇਕੱਠੀਆਂ ਨਹੀਂ ਕਰ ਸਕਦਾ ਬਿਨਾਂ ਪੈਸੇ ਤੋਂ। ਉਸ ਕੋਲ ਪੈਸਾ ਨਾ ਹੋਣ ਦੀ ਵਜ੍ਹਾ ਕਰਕੇ ਉਹ ਕਿਸੇ ਉੱਚੇ ਰੁਤਬੇ ਤੱਕ ਵੀ ਆਸਾਨੀ ਨਾਲ ਨਹੀਂ ਪਹੁੰਚ ਸਕਦਾ। ਪੈਸਾ ਜਾਂ ਦੌਲਤ ਜਾਇਦਾਦ ਨਾ ਹੋਣ ਕਰਕੇ
ਤਾਕਤਵਰ ਧਿਰਾਂ ਵਿੱਚ ਵੀ ਉਸ ਦੀ ਕੋਈ ਖਾਸ ਅਹਿਮੀਅਤ ਨਹੀਂ ਹੁੰਦੀ, ਉਸ ਦੀ ਕੋਈ ਤਾਕਤ ਨਹੀਂ ਮੰਨੀ ਜਾਂਦੀ। ਇਸ ਕਰਕੇ ਗਰੀਬ ਸ਼ਬਦ ਸਾਡੇ ਸਾਹਮਣੇ ਆਉਂਦਿਆਂ ਹੀ ਸਾਨੂੰ ਕਮਜ਼ੋਰੀ ਦਾ ਅਹਿਸਾਸ ਹੁੰਦਾ ਹੈ ਕਿ ਗਰੀਬ ਦਾ ਅਰਥ ਹੈ ਕਿਸੇ ਪੱਖੋਂ ਲਾਚਾਰ ਬੰਦਾ ਹੈ, ਬੜਾ ਕਮਜ਼ੋਰ ਆਦਮੀ ਹੈ, ਕਿਉਂਕਿ ਰੁਤਬਾ ਨਹੀਂ ਹੋਏਗਾ, ਤਾਕਤ ਨਹੀਂ ਹੋਏਗੀ, ਬਹੁਤੇ ਉੱਚੇ ਲੋਕਾਂ 'ਚ ਬਹਿਣ ਖਲੋਣ ਨਹੀਂ ਹੋਏਗਾ। ਐਸੇ ਵਿਅਕਤੀ ਦੇ ਇਰਦ ਗਿਰਦ ਕੋਈ ਬਹੁਤੀਆਂ ਭੀੜਾਂ ਇਕੱਠੀਆਂ ਨਹੀਂ ਹੋਣਗੀਆਂ, ਕੋਈ ਬਹੁਤੀ ਪੁੱਛ ਦੱਸ ਜਾਂ ਸਲਾਹ ਲੈਣ ਵਾਲੀ ਵੀ ਲੋਕਾਂ ਅੰਦਰ ਬਹੁਤੀ ਚੇਤਨਤਾ ਨਹੀਂ ਹੋਏਗੀ ਵੀ ਅਸੀਂ ਇਸ ਬੰਦੇ ਨਾਲ ਬੈਠੀਏ ਜਾਂ ਸਲਾਹ ਲਈਏ। ਬਹੁਤ ਵੱਡੇ ਵੱਡੇ ਆਦਮੀਆਂ ਦੀਆਂ ਤਸਵੀਰਾਂ ਸਾਡੇ ਘਰਾਂ ਵਿੱਚ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਤਰਲਾ ਲੈ ਕੇ ਤਸਵੀਰ ਖਿਚਾਉਂਦੇ ਹਾਂ ਕਿ ਅਸੀਂ ਤੁਹਾਡੇ ਨਾਲ ਇੱਕ ਫੋਟੋ, ਇੱਕ ਤਸਵੀਰ ਲੈਣੀ ਚਾਹੁੰਦੇ ਹਾਂ। ਉਹਨਾਂ ਕੋਲੋਂ ਬੜੀ ਆਜਜੀ ਤੇ ਮਾਣ ਨਾਲ ਅਸੀਂ ਤਸਵੀਰ ਖਿਚਵਾ ਕੇ ਫਿਰ ਖੁਦ ਹੀ ਆਪਣੇ ਘਰ ਵਿੱਚ ਲਾਉਂਦੇ ਹਾਂ, ਤਾਂ ਕਿ ਵੇਖਣ ਵਾਲੇ ਨੂੰ ਅਹਿਸਾਸ ਹੋਏ ਕਿ ਵੱਡੇ ਬੰਦੇ ਨਾਲ ਸਾਡਾ ਮੇਲ ਜੋਲ ਹੈ। ਕਿਸੇ ਹੰਭਾਤੜ ਨਾਲ, ਕਮਜ਼ੋਰ ਨਾਲ, ਲਾਚਾਰ ਨਾਲ ਕੋਈ ਤਰਲਾ ਨਹੀਂ ਕਰਦਾ ਕਿ ਤੂੰ ਮੇਰੇ ਨਾਲ ਤਸਵੀਰ ਖਿਚਾ। ਨਾ ਹੀ ਉਸ ਨਾਲ ਖਿਚਾਈ ਹੋਈ ਤਸਵੀਰ ਅਸੀਂ ਕਿਸੇ ਸਾਹਮਣੇ ਸ਼ੋਅ ਕਰਦੇ ਹਾਂ। ਜੇ ਖਿੱਚੀ ਵੀ ਜਾਏ ਤਾਂ ਉਸ ਨੂੰ ਅਸੀਂ ਕਿਸੇ ਸਾਹਮਣੇ ਨਹੀਂ ਲਿਆਉਂਦੇ। ਇਹਦੇ ਨਾਲ ਵੇਖਣ ਵਾਲੇ ਦੇ ਮਨ ਉੱਤੇ ਵੀ ਅਸਰ ਪੈ ਸਕਦਾ ਹੈ ਵੀ ਇਹ ਬੰਦੇ ਦਾ ਬਹਿਣ ਖਲੋਣ ਅਜਿਹੇ ਲੋਕਾਂ ਨਾਲ ਹੈ ਜਿਨ੍ਹਾਂ ਦੀ ਕੋਈ ਤਾਕਤ ਨਹੀਂ, ਜਿਨ੍ਹਾਂ ਦੀ ਕੋਈ ਪੋਜੀਸ਼ਨ ਨਹੀਂ, ਸਮਾਜ ਵਿੱਚ ਕੁਝ ਖਾਸ ਹੈਸੀਅਤ ਨਹੀਂ। ਇਹ ਮੈਂ ਗੱਲ ਇਸ ਕਰਕੇ ਕਹਿ ਰਿਹਾ ਕਿਉਂਕਿ ਸਾਡੇ ਸਭਨਾਂ ਦੇ ਮਨ ਅੰਦਰ ਅਸੀਂ ਇਸ ਪ੍ਰਭਾਵ ਨੂੰ ਬੁਰੀ ਤਰ੍ਹਾਂ ਨਾਲ ਕਬੂਲਿਆ ਹੋਇਆ ਹੈ। ਗਰੀਬੀ ਦਾ ਅਰਥ ਕਮਜ਼ੋਰੀ ਹੈ। ਗਰੀਬੀ ਦਾ ਅਰਥ ਹੈ ਜਿਸ ਨੂੰ ਮਾਸ਼ਰੇ ਔਰ ਸਮਾਜ ਦੇ ਵਿੱਚ ਕੋਈ ਰੁਤਬਾ ਹਾਸਲ ਨਹੀਂ ਹੋਏਗਾ, ਕੋਈ ਪੋਜੀਸ਼ਨ ਹਾਸਲ ਨਹੀਂ ਹੋਏਗੀ, ਉਹ ਤਾਕਤਵਰ ਲੋਕਾਂ ਨੂੰ ਆਪਣੇ ਨੇੜੇ ਨਹੀਂ ਜੋੜ ਸਕੇਗਾ। ਇਹ ਸਾਰਾ ਕੁਝ ਜਿਹੜਾ ਹੈ ਗਰੀਬੀ ਦੇ ਰਾਹੀਂ ਸਾਨੂੰ ਅਹਿਸਾਸ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਐਸਾ ਵੈਸੇ ਨਹੀਂ ਮੰਨਦੇ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿ ਕਬੀਰ ਨਿਰਧਨ ਹੈ ਸੋਈ ਜਾ ਕੇ ਹਿਰਦੈ ਰਾਮ ਨਾ ਹੋਈ। ਹਜ਼ੂਰ ਕਹਿੰਦੇ ਜ਼ਰੂਰੀ ਨਹੀਂ ਦੌਲਤਮੰਦ ਸਿਆਣਾ ਹੋਵੇ, ਉਹ ਮੂਰਖ ਵੀ ਹੋ ਸਕਦਾ ਹੈ। ਜ਼ਰੂਰੀ ਨਹੀਂ ਜਿਹੜਾ ਧਨ ਦੌਲਤ ਪੱਖੋਂ ਥੋੜ੍ਹਾ ਜਿਹਾ ਪਛੜਿਆ ਹੋਇਆ ਹੈ ਉਹ ਮੂਰਖ ਹੋਵੇ, ਨਹੀਂ, ਉਹ ਸਿਆਣਾ ਵੀ ਹੋ ਸਕਦਾ। ਜਾਨੀ ਕਿ ਸਿਆਣਪ ਔਰ ਮੂਰਖਤਾਈ ਦੌਲਤ ਦੀ ਮੁਤਾਜ ਨਹੀਂ ਹੈ। ਫਰਕ ਇੰਨਾ ਹੁੰਦਾ ਹੈ, ਦੌਲਤਮੰਦ ਆਦਮੀ ਦੂਜਿਆਂ ਦੀਆਂ ਜ਼ੁਬਾਨਾਂ ਖਰੀਦਣ ਵਿੱਚ ਮਾਹਰ ਹੁੰਦਾ ਹੈ ਤੇ ਉਹ ਦੂਜਿਆਂ ਕੋਲੋਂ ਆਪਣੇ ਸੋਲੇ ਗਵਾ ਲੈਂਦਾ ਹੈ, ਵਡਿਆਈ ਕਰਵਾ ਲੈਂਦਾ ਹੈ, ਕਿਉਂਕਿ ਵਡਿਆਈ ਕਰਨ ਵਾਲੇ ਨੂੰ ਉਸ ਦੀ ਭਾਰੀ ਜੇਬ ਨਜ਼ਰ ਆਉਂਦੀ ਹੈ। ਉਹ ਆਪਣੇ ਸਵਾਰਥ ਕਰਕੇ ਉਸ ਨੂੰ ਵੱਡਾ ਕਹਿੰਦਾ ਹੈ, ਵਰਨਾ ਉਹਦੇ ਦਿਲ ਨੂੰ ਪੁੱਛ ਕੇ ਵੇਖੋ, ਕਹੇਗਾ ਇਹਦੇ 'ਚ ਇੱਕ ਵੀ ਇਹੋ ਜਿਹੀ ਕੁਆਲਿਟੀ ਨਹੀਂ ਜਿਹੜੀ ਮੈਂ ਕਹਿ ਦਿਆਂ, ਪਰ ਮੈਂ ਕਹਿ ਰਿਹਾ ਹਾਂ ਕਿਉਂਕਿ ਮੈਂ ਇਹਦੇ ਨਾਲ ਵਿਗਾੜਨਾ ਨਹੀਂ ਚਾਹੁੰਦਾ। ਇਹ ਤਾਕਤਵਰ ਆਦਮੀ ਹੈ, ਪੈਸੇ ਵਾਲਾ ਆਦਮੀ ਹੈ, ਮੇਰਾ ਨੁਕਸਾਨ ਕਰੇਗਾ। ਉਲਟਾ 2-4 ਝੂਠੀਆਂ ਗੱਲਾਂ ਸਦਕਾ ਮੇਰੀ ਗੱਲ ਦਾ ਮੁੱਲ ਪੈ ਜਾਂਦਾ ਹੈ, ਤਾਂ ਕੀ ਅਰਜ਼ ਹੈ। ਇਸ ਤਰ੍ਹਾਂ ਵੀ ਵਰਤਾਰਾ ਜਿਹੜਾ ਹੈ ਉਹ ਵਾਪਰਦਾ ਹੈ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਫਰਮਾਇਆ ਹੈ, ਮੈਂ ਸਭ ਤੋਂ ਉੱਤਮ ਦਰਜਾ ਉਸ ਮਨੁੱਖ ਨੂੰ ਦਿੰਦਾ ਹਾਂ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਗੁਣਾਂ ਦਾ ਵਾਸ ਹੈ, ਜਿਸ ਦਾ ਆਚਰਣ ਉੱਚਾ ਹੈ, ਜਿਸ ਦਾ ਕਰਮ ਉੱਚਾ ਹੈ, ਜਿਸ ਦਾ ਅਮਲ ਉੱਚਾ ਹੈ, ਜਿਸ ਦੀ ਸੁਰਤ ਅਮੀਰ ਹੈ। ਮੇਰੇ ਵਾਸਤੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਭਾਵੇਂ ਉਹਦੀ ਜ਼ਾਤ ਉੱਚੀ ਨਾ ਹੋਵੇ, ਬਰਾਦਰੀ ਨਾ ਹੋਵੇ, ਭਾਵੇਂ ਉਹ ਪਿੰਡ ਤੋਂ ਬਾਹਰ ਰਹਿੰਦਾ ਹੋਵੇ, ਪੁਰਾਣੇ ਕੱਪੜੇ ਪਹਿਨਦਾ ਹੋਵੇ, ਕੋਈ ਰਿਸ਼ਤੇਦਾਰ ਉਹਦੇ ਨਾਲ ਵਰਤਦਾ ਨਾ ਹੋਵੇ, ਉਹ ਚੰਗਾ ਰੂਪ ਸੁਹੱਪਣ ਵਾਲਾ ਵੀ ਨਾ ਹੋਵੇ, ਉਹ ਗਰੀਬ ਤੇ ਲਾਚਾਰ ਵੀ ਹੋਵੇ, ਇਹ ਸਾਰੀਆਂ ਗੱਲਾਂ ਉਹਦੇ 'ਚ ਹੋਣ, ਪਰ ਜੇ ਉਹਦੇ ਹਿਰਦੇ ਵਿੱਚ ਸੱਚ ਹੈ, ਜੇ ਉਹਦੇ ਹਿਰਦੇ ਵਿੱਚ ਧਰਮ ਹੈ, ਜੇ ਉਹਦੇ ਕਰਮ ਵਿੱਚ ਪਵਿੱਤਰਤਾ ਹੈ,
हजूर कहते मैं कहना ये सारी सृष्टि का राजा है, ये कदमां की खाक किसी भी मनुख का भला कर सकती है। बस्ता टूटी झुंपड़ी चीर सब छिन्ना, जात ना पत ना आदरो ध्यान परमिना, मित्र ना इठ धन रूप हीण, किश साक ना सिन्ना, राजा सगली सृष्ट का हर नाम मन भिन्ना, तिसकी धूड़ मन उधर है प्रभ होए सो प्रसन्न। खैर तो असी हजूर का बाणी दे विच की नज़रिया है, वो किसी भी चीज़ नूं दौलत पदवी शौहरत प्रभता वडियाई नाल नहीं तोलदे। हजूर ने कर्म और आचरण नूं सब तो उच्चा रुतबा प्रदान किया है। जे केवल दौलतां ते रुतबियां दी गल हुंदी ते हजूर सच्चे पातशाह उन्हां दे कोल आउण वाले बहुत आला किस्म के लोग सन, पहाड़ी राजे जिहड़े पीढ़ी दर पीढ़ी राज कमाउण वाले सन, 22 रियासतां 22 धार दे राजे, औरंगजेब वर्गी मुगलिया सल्तनत, इन्ना वड्डा मुगल अंपरर हजूर महाराज ने उन्होंने दरकिनार कर दिता और सधारण लोगों को गल नाल लाया और उन्होंने मान दिता। क्योंकि सतगुरां की दृष्टि में शौहरत रुतबे वडियाइयां प्रभता ताकतां कोई अर्थ नहीं सन रखदी। वो तो इस संसार में कर्म नूं और अमल नूं मान देना चाहते सन, वो उन्होंने दिता। जदों गुरु ग्रंथ साहब की बाणी में शब्द आउंदा है दीन दयाल, हे वाहिगुरू तू दीना उते गरीबां उते दया करन वाला है, तो दीन शब्द जिहड़ा इहदा अर्थ सारे कोशकारां ने गरीब कीता है, कमज़ोर लाचार। तो सवाल उठता है कि दौलत पक्षों महाराज ने इत्थे दीन शब्द वरत्या नहीं, इत्थे दीन कर्मां तो भी होने मनुख लई शब्द वरत्या। क्योंकि हजूर कहते हैं असल गरीबड़ा वो है जिहदा कर्म उच्चा नहीं, जिहदी सुरत गरीब है, जिहदे अंदर गरीबी वस गई, जिहदे अंदर कोई चंगे गुणां दा वास नहीं, गुणां दी दौलत तो महरूम है, वांझा है जिहड़ा मनुख वो गरीब है। क्योंकि आपां पढ़िया कहो कबीर निरधन है सोई जाके हिरदै राम ना होई। जिस अंदर कोई चंगा गुण नहीं है, जिसका अमल उच्चा नहीं है, जिहदी सुरत उच्ची नहीं है, जिहदा मन पवित्र नहीं है, जिहदे ख्याल उच्चे नहीं हैं, जिहदे कर्म बड़े नीवे हैं, ऐसे मनुख नूं हजूर ने बाणी विच दीन कहा। पर वाहिगुरू की वडियाई भी नाल कीती, वो अजिहे दीना उते भी दया करन वाला है, वो अजिहे दीना उते भी किरपा करन वाला है, बख्शिश करन वाला है, दयालु रहन वाला है। उसका सुभाव की है? जिसका कर्म उच्चा नहीं है, जिसका मन साफ नहीं है, जिसके विचार सुचजे नहीं हैं, जिहड़ा चंगे अमलों तो भी होना जीव है, वो भी जो उसकी शरण अगे ढह पए, उसके दर उत्ते ढह पवे, उसकी शरण विच आ जाए तो वाहिगुरू उसदे उत्ते भी तरस करन वाला है, उन्होंने भी धक्का नहीं देता, उसनूं भी दुरकारदा नहीं। क्योंकि उसका बिरध उसका सुभाव है कौड़ा बोल ना जाना है, पूर्ण भगवान है, औगण को ना चितारे। ये धर्म की दुनिया में हजूर ने बड़ा अदुੱਤੀ गुण मन्या, बड़ा अदुੱਤੀ गुण, बा कमाल गुण। वाहिगुरू विच गुण है तो गुरु ने भी इस गुण की पालना की। इस गुण को हजूर ने अपने जीवन के अंदर साकार करके विखाया। साहब सतगुरु महाराज कहते हैं, हे वाहिगुरू दीना उते दया करन वाले, मैं तेरे भरोसे उत्ते हाँ, मैनू केवल तेरे उत्ते यकीन, तेरे उत्ते भरोसा है, तेरे उत्ते विश्वास है, मेरा इकताद केवल तेरे उत्ते है, तेरे तो बिना होर कोई आसरा मेरा नहीं है। दीन दयाल भरोसे तेरे, तेरी कृपा नाल, तेरे भरोसे उत्ते, तेरी बख्शिश उत्ते टेक रख के सब परिवार चढ़ाया बेड़े। इत्थे परिवार किनू कहा गया है? बाणी विच आपां शब्द पढ़ते हाँ, मेरी सेजड़ी है अडंबर बनिया, मन चाओ भया प्रभावत सुनिया, हर गाओ मंगल नित सखीए, सोग दुख ना व्यापाई। किन्ना सखियां नूं हजूर ने कहा,
ਗਿਆਨ ਇੰਦਰੀਆਂ। सतगुरु की बाणी में सखी शब्द के दो ही मायने निकलते हैं, जां तो सत संगियां नूं कहा ते जां ज्ञान इंद्रे जिहड़े ने साडे उन्हां नूं कहा। जिंद साडी आत्मा साडा वजूद जिहड़ा है इहदा परिवार साडे इंद्रे है, साडे ज्ञान इंद्रे, साडे कर्म इंद्रे, जिन्हां दे राही असी चंगियाई जां बुराई कमाउंदे हां, जिन्हां दे राही असी अपना कर्म करतव करदे हां, जिन्हां दे राही साडा करैक्टर जिहड़ा है वो एस्टैबलिश हुंदा है। अखां नाल, कन्नां नाल, ज़बान नाल साडे पंजे ज्ञान इंद्रे जो कर्म कमाउंदे ने वो कर्म ही साडा किरदार बनदा है, साडा करैक्टर बनदा है। साडी दृष्टि, साडा दृष्टिकोण किहो जिहा है किसी नूं वेखण दा, जगत नूं वेखण दा, वो निर्धारित करदा है भी साडी सोच विच की चीज़ है, सानूं की सुनना पसंद है, की बोलना साडा हिस्सा बन चुक्या व्यवहार दा, की असी फील महसूस करते हाँ। साडे ज्ञान इंद्रे जो कुछ इकट्ठा करते हैं उहो जी मन की बनतर बनती है, तो जिहो जिहा मन बनता जाता है उहो जे साडे ज्ञान इंद्रे फिर उस तरह कर्म कर, दोवें पैरालल सफर करते हैं एक दूजे के सहारे उत्ते। मन ज्ञान इंद्रियां के सहारे ते ज्ञान इंद्रे मन के सहारे, दोवें एक दूजे नूं घड़ते हैं, दोवें एक दूजे का सहयोग करते हैं जीवन जीण लई। पातशाह जी इसे करके बाणी च कहते ये मेरा सारा परिवार है, वाहिगुरू तेरे भरोसे तेरी बख्शिश उत्ते टेक रख के तेरे नाम दे बेड़े उत्ते, नाम दे जहाज उत्ते मैं सारे परिवार नूं लिया बिठाया ये संसार भवजल तो पार करने वास्ते। तेरा नाम जहाज है, नाम बेड़ा है, नाम आसरा है, तेरी इबादत, तेरे गुण, तेरा एहसास ते मेरे एक इंद्रे जड़े ने मेरा परिवार है, मेरी जिंद, मेरे वजूद का परिवार जिन्हां नूं मैं नाम का आसरा दे दिता है। ये हुण कुराह नहीं पैंदे, ये हुण गलत मार्ग उत्ते नहीं चलते। आपां जदों आनंद साहब जी की बाणी का पाठ करते हाँ, आम साडा विधान है असी दीवान समय केवल 5 पौड़ियां पहलियां ते 1 पौड़ी अखीरली कुल 6 पौड़ियां पढ़ते हैं। वैसे आनंद साहब जी की बाणी दियां कुल 40 पौड़ियां। हजूर सच्चे पातशाह दे विच रसना की गल भी करते हैं, श्रवणा की गल भी करते हैं। उहदे विच हजूर सच्चे पातशाह साडियां अखां की गल भी करते हैं, ये नेत्रो मेरियो, ये रसना, ये श्रवणो मेरियो, ये शरीरा मेरिया। भाव उत्थे यही है भी साडा किरदार जिहड़ा उहदे कई पहलू ने, उन्होंने घड़न दियां कई चीज़ां ने, देखना, बोलना, सुनना, महसूस करना। फिर मन की गल भी वो बाणी च कर जाते हैं, मन मेरिया तू सदा रहो हरनाले, ये मन चंचला चतुराई किने ना पाया। ये सारे वचन आनंद साहब की बाणी च आउंदे। बड़ी सैली स्पष्ट और सौखी बोली विच महाराज ने इस बाणी की रचना की है, धन गुरु अमरदास महाराज। बाणी का जो सेंट्रल आइडिया है, जो टॉपिक है, वो आनंद है। हजूर सच्चे पातशाह मानो आनंद की व्याख्या कर रहे हैं। आरंभता भी इत्थों हुंदी आनंद भया मेरी माए, समाप्ति इत्थे हुंदी आनंद सुनो वड भागीओ सगल मनोरथ पूरे। हजूर स्टैप बाय स्टैप हर चीज़ की व्याख्या करके जिथों अपनी तंद हजूर ने शुरू की सी विचारां की लड़ी, उत्थे जाके हजूर ने समाप्त कर दिया। पूरा मजमून, पूरा एक टॉपिक है सारी बाणी का 40 पौड़ियां विच। इस तरह ही जप बाणी च है, जिन्हों आप अदब नाल जपजी साहब आखते हैं। 38 पौड़ियां 2 श्लोक। गरीब नवाज पातशाह जी बख्शिश करते जरूर कहिंदे, मेरा ये ज्ञान इंद्रियां दा परिवार मैं तेरे नाम दे आसरे कर दिता है, तेरे भरोसे उत्ते कर दिता है। हुण मैं इस जगत भवजल विच डुबांगा नहीं, कुराह नहीं पवांगा। मेरे इंद्रे मैनू कुराए लैके नहीं जाणगे, मैं मंदा आचरण नहीं बनावांगा, कोई अवगुण कोई बुराई इकट्ठी नहीं करांगा। मैं अपने मन नूं समझाउंदा। आम तौर पर बाणी का प्रॉपर जिहड़ी शब्दावली है उन्होंने कई बार जे नज़रअंदाज कर दी है, जिवें आपां ये पंक्ति बड़ी बार पढ़ते हाँ, राम जपो जी ऐसे ऐसे। जपो नूं जपो नूं ऊड़े नूं असी जपो कर देने, पप्पे नूं होड़ा ला देने। जी
ਜਿਜੇ ਸਿਆਰੀ ਐੜਾ ਜੀ, ਜੀ ਇੱਥੇ ਜਿੰਦ ਆਤਮਾ ਲਈ ਵਰਤਿਆ ਹੈ, ਆਪਾਂ ਉਹਨੂੰ ਇਕੱਲਾ ਜੀ ਕਰਦੇ ਹਾਂ। ਇਵੇਂ ਲੱਗਦਾ ਜਿਵੇਂ ਦੂਜੇ ਨੂੰ ਕਿਹਾ ਜਾ ਰਿਹਾ ਰਾਮ ਜਪੋ ਜੀ ਐਸੇ ਐਸੇ, ਪਰ ਇੱਥੇ ਸ਼ਬਦ ਹਨ ਰਾਮ ਜਪੋ ਜੀ। ਮੈਂ ਆਪਣੀ ਜਿੰਦ ਵਿੱਚੋਂ ਆਪਣੇ ਆਤਮਾ ਕਰਕੇ, ਆਪਣਾ ਮਨ ਕਰਕੇ, ਆਪਣਾ ਜੀ ਕਰਕੇ ਰਾਮ ਨੂੰ ਜਪਦਾ, ਸਰਵ ਵਿਆਪਕ ਵਾਹਿਗੁਰੂ ਨੂੰ ਜਪਦਾ। ਕਿਵੇਂ ਜਪਦਾ ਹਾਂ? ਐਸੇ ਐਸੇ, ਇਸ ਤਰ੍ਹਾਂ ਇਸ ਤਰ੍ਹਾਂ। ਕਿਵੇਂ ਜਪਦੇ ਹਨ ਉਹਦੀ ਉਦਾਹਰਣ ਉਹਨਾਂ ਦਿੱਤੀ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਹਿੰਦੇ ਜਿਵੇਂ ਧਰੂ ਨੇ ਜਪਿਆ, ਜਿਵੇਂ ਪ੍ਰਹਿਲਾਦ ਨੇ ਜਪਿਆ। ਪੁਰਾਣਾ ਵਿੱਚ ਧਰੂ ਦੇ ਬਾਬਤ ਬਹੁਤ ਲੰਬੀ ਚੌੜੀ ਕਥਾ ਵਾਰਤਾ ਹੈ, ਪ੍ਰਹਿਲਾਦ ਭਗਤ ਦੇ ਬਾਬਤ ਬਹੁਤ ਲੰਬੀ ਚੌੜੀ ਕਥਾ ਵਾਰਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਧਰੂ ਤੇ ਪ੍ਰਹਿਲਾਦ ਦੀਆਂ ਉਦਾਹਰਣਾਂ ਹਜ਼ੂਰ ਨੇ ਬਾਣੀ ਵਿੱਚ ਵਰਤੀਆਂ। ਗੁਰੂ ਸਾਹਿਬਾਨ ਨੇ ਵੀ ਵਰਤੀਆਂ, ਭਗਤਾਂ ਨੇ ਵੀ ਵਰਤੀਆਂ, ਭੱਟਾਂ ਨੇ ਵੀ ਵਰਤੀਆਂ। ਜਦੋਂ ਭਗਤ ਧਰੂ ਦੀ ਗੱਲ ਆਉਂਦੀ ਹੈ, ਇੱਕ ਰਾਜੇ ਦਾ ਪੁੱਤਰ ਹੈ, ਰਜਵਾੜ, ਛੋਟਾ ਜਿਹਾ ਰਾਜ ਸੀ, ਰਾਜੇ ਦੇ ਘਰ ਪੈਦਾ ਹੋਇਆ ਔਰ ਪਿਤਾ ਦੇ ਇੱਕ ਤੋਂ ਵਧੇਕ ਵਿਆਹ ਸਨ। ਇਹਦੀ ਮਾਂ, ਮਤਰੇਈ ਮਾਂ ਜਿਹੜੀ ਹੈ, ਉਹਦੀ ਪਹੁੰਚ ਜ਼ਿਆਦਾ ਹੈ ਪਰਿਵਾਰ ਵਿੱਚ, ਉਹ ਰਾਜੇ ਨੂੰ ਜ਼ਿਆਦਾ ਚੰਗੀ ਲੱਗਦੀ ਹੈ। ਜਦੋਂ ਮੁਹੱਬਤ ਵਸ ਇੱਕ ਪੁੱਤਰ ਆਪਣੇ ਪਿਤਾ ਦੀ ਗੋਦ ਵਿੱਚ ਜਾ ਕੇ ਸੱਜ ਜਾਂਦਾ, ਬੈਠ ਜਾਂਦਾ, ਧਰੂ ਭਗਤ ਜਿਵੇਂ ਬੈਠਿਆ, ਮਤਰੇਈ ਮਾਂ ਨੂੰ ਚੰਗਾ ਨਾ ਲੱਗਿਆ। ਉਹਨੂੰ ਲੱਗਿਆ ਜੇ ਮੇਰੀ ਸੌਂਕਣ ਦੀ ਔਲਾਦ ਦੀ ਰਸਾਈ ਰਾਜੇ ਤੱਕ ਜ਼ਿਆਦਾ ਹੋਏਗੀ ਤੇ ਇਹਦੇ ਆਉਣ ਵਾਲੇ ਸਮੇਂ ਵਿੱਚ ਪ੍ਰਭਾਵ ਬਹੁਤੇ ਚੰਗੇ ਨਹੀਂ ਨਿਕਲਣਗੇ। ਰਾਜੇ ਦੇ ਨਜ਼ਦੀਕ ਜਿਹੜਾ ਪੁੱਤਰ ਹੋਵੇ ਉਹੀ ਹੌਲੀ ਹੌਲੀ ਸਾਰਾ ਕੁਝ ਕੈਪਚਰ ਕਰ ਜਾਂਦਾ ਹੈ, ਸਾਰਾ ਪ੍ਰਬੰਧ ਸੰਭਾਲ ਲੈਂਦਾ ਹੈ। ਰਾਜਿਆਂ ਦੇ ਮਨ ਹੁੰਦੇ ਨੇ, ਔਲਾਦ ਵਿੱਚੋਂ ਜਿਹੜਾ ਪੁੱਤਰ ਉਸ ਨੂੰ ਲਾਇਕ, ਯੋਗ, ਚੰਗਾ ਲੱਗਿਆ, ਜਿਹਦੇ ਨਾਲ ਹਿੱਤ ਜ਼ਿਆਦਾ ਹੋਇਆ, ਹੌਲੀ ਹੌਲੀ ਉਹਦੇ ਤੇ ਉਹ ਵਿਸ਼ਵਾਸ ਕਰਦਿਆਂ ਕਰਦਿਆਂ ਉਹਨੂੰ ਕੰਟਰੋਲ ਦਿੰਦਾ ਰਹਿੰਦਾ ਹੈ ਤੇ ਫਿਰ ਇੱਕ ਦਿਨ ਉਸੇ ਨੂੰ ਹੀ ਸਾਰਾ ਕੁਝ ਸੌਂਪ ਦਿੰਦਾ ਹੈ। ਧਰੂ ਦੀ ਨੇੜਤਾ ਆਪਣੇ ਬਾਪ ਨਾਲ ਮਤਰੇਈ ਮਾਂ ਨੂੰ ਚੰਗੀ ਨਾ ਲੱਗੀ। ਉਸ ਨੇ ਆਪਣੇ ਅੰਦਰ ਦਾ ਜ਼ਬਤ ਤੋੜਦਿਆਂ ਹੋਇਆਂ ਉਹਦਾ ਧੀਰਜ ਛੁੱਟ ਗਿਆ। ਉਹਨੇ ਬਾਹੋਂ ਫੜ ਕੇ ਆਪਣੇ ਮਤਰੇਈ ਪੁੱਤਰ ਨੂੰ ਉਹਦੀ ਬਾਪ ਦੀ ਗੋਦ ਵਿੱਚੋਂ ਬਾਹਰ ਕੱਢ ਲਿਆ। ਰੋਣ ਹਾਕਾ ਹੋਇਆ ਆਪਣੀ ਮਾਂ ਕੋਲ ਜਾਂਦਾ, ਉਹਨੂੰ ਪੁੱਛਦਾ ਵੀ ਮੇਰੇ ਨਾਲ ਇਹ ਵਿਹਾਰ ਕਿਉਂ ਹੋਇਆ। ਭਾਈ ਗੁਰਦਾਸ ਜੀ ਨੇ ਇਸ ਕਥਾ ਨੂੰ ਬੜਾ ਸ਼ਾਰਟ ਵਿੱਚ ਲਿਖਿਆ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜੀ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੱਡੋ ਲਿਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸਰੀਤਾ। ਆਪਣੀ ਮਾਂ ਨੂੰ ਆ ਕੇ ਸਵਾਲ ਕਰਦਾ ਹੈ ਵੀ ਤੂੰ ਇਸ ਮਹਿਲ ਵਿੱਚ ਰਾਣੀ ਹੈ ਕਿ ਗੋਲੀ ਹੈ। ਰਾਣੀ ਦੇ ਪੁੱਤਰ ਨਾਲ ਤੇ ਇਸ ਤਰ੍ਹਾਂ ਦਾ ਵਿਹਾਰ ਨਹੀਂ ਹੋ ਸਕਦਾ ਜਿਸ ਤਰ੍ਹਾਂ ਦਾ ਮੇਰੇ ਨਾਲ ਹੋਇਆ। ਮਾਂ ਨੇ ਉੱਤਰ ਦਿੱਤਾ, ਰਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਪੁੱਤਰ ਮੇਰੇ ਕਰਮ ਐਸੇ ਨੇ, ਹਾਂ ਤੇ ਮੈਂ ਰਾਣੀ, ਰੁਤਬੇ ਪੱਖੋਂ ਮੈਂ ਰਾਣੀ ਹਾਂ, ਪਰ ਮੈਨੂੰ ਲੱਗਦਾ ਹੈ ਵੀ ਮੇਰੇ ਕੋਈ ਕਰਮਾਂ 'ਚ ਖੋਟ ਹੈ। ਉਹ ਕੀ ਹੈ? ਮਾਂ ਨੇ ਜੋ ਐਕਸਪਲੇਨ ਕੀਤਾ, ਉਹਨੇ ਕਿਹਾ ਪੁੱਤਰ ਕਦੇ ਮੰਗਿਆ ਵੀ ਪਦਵੀਆਂ ਮਿਲੀਆਂ ਨੇ, ਜਿੱਥੇ ਤੇਰੀ ਰਸਾਈ ਨਹੀਂ। ਬੜੀ ਸੂਖਮ ਜੀ ਗੱਲ ਹੈ ਵੀ ਜਦੋਂ ਮਤਰੇਈ ਮਾਂ ਨੇ ਬਾਪ ਦੀ ਗੋਦ ਚੋਂ ਬੱਚੇ ਨੂੰ ਧੂ ਕੇ ਬਾਹਰ ਕੱਢ ਦਿੱਤਾ ਤੇ ਰਾਜਾ ਵੀ ਬਹੁਤਾ ਨਹੀਂ ਬੋਲਿਆ ਤੇ ਸਿਚੁਏਸ਼ਨ ਮਾਂ ਸਮਝ ਗਈ ਸੀ ਧਰੂ ਦੀ ਵੀ ਇੱਥੇ ਸਾਡਾ ਰੁਤਬਾ ਕੀ ਹੈ। ਇਹ ਗੱਲ ਬਾਪ ਨੂੰ ਬੋਲਣੀ ਚਾਹੀਦੀ ਸੀ ਵੀ ਇਹ ਮੇਰਾ ਉਵੇਂ ਦਾ ਹੀ ਪੁੱਤਰ ਹੈ ਜਿਵੇਂ ਦੀ ਦੂਜੀ ਔਲਾਦ ਹੈ। ਪਰ ਜੇ ਉਹਦਾ ਉਸ ਜਗ੍ਹਾ ਦੇ ਉੱਤੇ ਹੀਲਾ ਨਹੀਂ ਚੱਲਿਆ, ਜਿਹੜਾ ਰਾਜਾ ਵੀ ਹੈ, ਘਰ ਦਾ ਮਾਲਕ ਵੀ ਹੈ, ਬਾਪ ਵੀ ਹੈ, ਪਤੀ ਵੀ ਹੈ, ਤੇ ਹੋਰ ਕਿਹਦੇ ਕੋਲ ਫਰਿਆਦ ਕੀਤੀ ਜਾ ਸਕਦੀ ਹੈ। ਇਸ ਸਿਚੁਏਸ਼ਨ ਨੂੰ ਹੈਂਡਲ ਤਾਂ ਉਹਨੂੰ ਕਰਨਾ ਚਾਹੀਦਾ ਸੀ ਨਾ। ਜਦੋਂ ਕਸ਼ਮਕਸ਼ ਮਤਰੇਈ ਮਾਂ ਔਰ ਬਾਪ ਬੱਚੇ ਦੇ ਵਿੱਚ ਚੱਲ ਰਹੀ ਹੈ ਤੇ ਬੋਲਣਾ ਤੇ ਬਾਪ ਜਾਂ ਪਤੀ ਨੂੰ ਚਾਹੀਦਾ, ਰਾਜੇ ਨੂੰ ਚਾਹੀਦਾ, ਪਰ ਉਹ ਚੁੱਪ ਹੈ। ਮਨ ਉਹ ਵੀ ਨਹੀਂ ਚਾਹੁੰਦਾ ਆਪਣੀ ਦੂਸਰੀ ਪਤਨੀ ਨੂੰ ਵਰਜਣਾ ਕਿ ਇਹ ਬੱਚਾ ਹੈ, ਇਹ ਮੇਰਾ ਪੁੱਤਰ ਹੈ। ਉਹਨੇ ਵੀ ਗੋਡੇ ਟੇਕ ਦਿੱਤੇ ਹੋਣਗੇ,
ਪਰਿਵਾਰਕ ਮਸਲੇ ਵਿੱਚ ਉਲਝਣਾ ਨਹੀਂ ਚਾਹੁੰਦਾ ਹੋਏਗਾ, ਉਹਨੇ ਪੁੱਤਰ ਦਾ ਅਪਮਾਨ ਜਰ ਲਿਆ, ਸਹਿਣ ਕਰ ਲਿਆ। तो मां ने ਉਹਨੂੰ ਕਿਹਾ, ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਮਾਂ ਦੀ ਧਾਰਮਿਕ ਬਿਰਤੀ ਨੇ ਬੱਚੇ ਅੰਦਰ ਇੱਕ ਖਿਆਲ ਪੈਦਾ ਕਰ ਦਿੱਤਾ। ਉਹਨੇ ਪੁੱਛਿਆ ਕਿ ਸੁਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਜਦੋਂ ਬੰਦਾ ਕਮਜ਼ੋਰ ਹੁੰਦਾ ਹੈ ਨਾ, ਚੇਤੇ 'ਚ ਰੱਖਣਾ, ਜਦੋਂ ਦਾ ਵਸ ਨਹੀਂ ਚੱਲਦਾ ਤਾਂ ਉਹ ਚਾਹੁੰਦਾ ਜਿਹੜੇ ਮੇਰੇ ਦੁਸ਼ਮਣ ਹਨ ਉਹ ਮਿੱਤਰ ਬਣ ਜਾਣ। ਇੱਕ ਕਮਜ਼ੋਰ ਬੰਦਾ ਵੀ ਚਾਹੁੰਦਾ ਤੇ ਭਲਾ ਪੁਰਖ ਵੀ ਚਾਹੁੰਦਾ ਕਿ ਜਿਹੜੇ ਸ਼ਤਰੂ ਹਨ, ਦੁਸ਼ਮਣੀ ਕਰਨ ਵਾਲੇ ਹਨ, ਬੁਰਾ ਲੋਚਣ ਵਾਲੇ ਨੂੰ ਕਿਸੇ ਤਰ੍ਹਾਂ ਮੇਰੇ ਮਿੱਤਰ ਬਣ। ਕਮਜ਼ੋਰ ਬੰਦਾ ਕੋਸ਼ਿਸ਼ ਕਰਦਾ ਰਹਿੰਦਾ ਹੈ ਤੇ ਭਲਾ ਬੰਦਾ ਜਿਹੜਾ ਹੈ ਉਹ ਸਬਰ ਕਰਦਾ ਹੈ। ਚੇਤੇ ਵਿੱਚ ਰੱਖਣਾ, ਬੱਚੇ ਦੇ ਅੰਦਰ ਦਾ ਇਹ ਸਵਾਲ ਇਹ ਸਾਬਤ ਕਰਦਾ ਵੀ ਉਹਦੇ ਅੰਦਰ ਭਲਾਈ ਦਾ ਅੰਸ਼ ਵੀ ਹੈ ਤੇ ਉਹ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਵੀ ਕਰਦਾ। ਉਹਨੇ ਪੁੱਛਿਆ, ਮਾਂ ਕਿਹੜੀ ਉਦਮ ਨਾਲ ਇਹੋ ਜਿਹਾ ਰੁਤਬਾ ਰਾਜ ਹਾਸਲ ਕਰੀਏ, ਇਹੋ ਜਿਹਾ ਰੁਤਬਾ ਪਾਈਏ ਵੀ ਉਸ ਰੁਤਬੇ ਦੇ ਉੱਤੇ ਦੁਸ਼ਮਣ ਵੀ ਮਿੱਤਰ ਹੋਣ। ਮਾਂ ਨੇ ਜਿਹੜਾ ਉਪਦੇਸ਼ ਬੱਚੇ ਨੂੰ ਦਿੱਤਾ ਉਹ ਸੀ ਵਾਹਿਗੁਰੂ ਨਿਰੰਕਾਰ ਦੀ ਇਬਾਦਤ ਹੀ ਬੰਦੇ ਨੂੰ ਇੰਨਾ ਉੱਚਿਆਂ ਕਰ ਸਕਦੀ ਹੈ ਕਿ ਉਹਨੂੰ ਕੋਈ ਲਾਲਸਾ ਨਾ ਰਵੇ। ਜੇ ਦੁਨਿਆਵੀ ਬਾਪ ਦੀ ਗੋਦ ਬਾਪ ਨੇ ਖੁਦ ਸੁਣੀ ਕਰਨੀ ਪ੍ਰਵਾਨ ਕਰ ਲਈ, ਮਤਰੇਈ ਮਾਂ ਬੈਠਣ ਨਹੀਂ ਦਿੰਦੀ, ਤੇ ਹੀਲਾ ਕੀ ਹੈ? ਆਪਣੇ ਆਪ ਨੂੰ ਇੰਨਾ ਸਮਰੱਥ ਕਰ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਵਿੱਚ ਕਿ ਤੇਰੀਆਂ ਇਹ ਭੁੱਖਾਂ ਹੀ ਦੂਰ ਹੋ ਜਾਣ। ਸੋ ਇਹ ਧਰੂ ਦੀ ਕਥਾ ਹੈ। ਉਹਦੇ ਅੰਦਰ ਵੈਰਾਗ ਉਪਜਿਆ ਸਾਖੀਕਾਰਾਂ ਮੁਤਾਬਕ। ਉਸ ਵੈਰਾਗ ਨੇ ਉਹਨੂੰ ਇੰਨਾ ਉੱਚਾ ਰੁਤਬਾ ਦਿੱਤਾ ਵੀ ਉਹਨੂੰ ਭਗਤ ਧਰੂ ਕਹਿ ਕੇ ਯਾਦ ਕੀਤਾ ਗਿਆ। ਪ੍ਰਹਲਾਦ ਦੀ ਕਥਾ ਯਕੀਨ ਦੀ ਕਥਾ ਹੈ, ਵਿਸ਼ਵਾਸ ਦੀ ਕਥਾ ਹੈ। ਕਥਾ ਦਾ ਰੂਪ ਕਿਹੋ ਜਿਹਾ ਵੀ ਹੋਵੇ ਪਰ ਉਹਦਾ ਜੋ ਨਿਚੋੜ ਨਿਕਲ ਕੇ ਸਾਹਮਣੇ ਆਉਂਦਾ ਹੈ, ਪ੍ਰਹਲਾਦ ਨੂੰ ਨਿਰੰਕਾਰ ਉੱਤੇ ਅਟੱਲ ਯਕੀਨ ਹੈ। ਉਹ ਮੌਤ ਨੂੰ ਵੀ ਬਾਰ-ਬਾਰ ਗਲੇ ਲਾਉਂਦਾ ਹੈ ਕੇਵਲ ਵਾਹਿਗੁਰੂ ਦੇ ਭਰੋਸੇ ਉੱਤੇ। ਉਹ ਆਪਣੇ ਸਕੇ ਬਾਪ ਦੇ ਭਗਵਾਨ ਹੋਣ ਦੇ ਉੱਤੇ ਵੀ ਸ਼ੱਕ ਕਰਦਾ। ਉਹਨੂੰ ਲੱਗਦਾ ਨਹੀਂ ਇਹ ਹਉਮੈ ਚੋਂ ਕਹਿ ਰਿਹਾ ਹੈ, ਭਗਵਾਨ ਵਾਲੀ ਤੇ ਇਹਦੇ 'ਚ ਖੂਬੀ ਕੋਈ ਨਹੀਂ, ਹੰਕਾਰ ਦਾ ਮਾਰਿਆ ਹੋਇਆ ਕਹਿ ਰਿਹਾ। ਧਰੂ ਵਰਗਾ ਵੈਰਾਗ ਔਰ ਪ੍ਰਹਲਾਦ ਵਰਗਾ ਯਕੀਨ, ਪ੍ਰੇਮ ਔਰ ਸ਼ਰਧਾ, ਪ੍ਰੇਮ ਔਰ ਯਕੀਨ ਰੱਖ ਕੇ ਕਹਿੰਦੇ ਨੇ ਧਰੂ ਪ੍ਰਹਲਾਦ ਜਪਿਓ ਹਰ, ਜਿਵੇਂ ਧਰੂ ਨੇ ਜਪਿਆ। ਧਰੂ ਦਾ ਵੈਰਾਗ ਪ੍ਰਚਲਿਤ ਹੈ ਤੇ ਪ੍ਰਹਲਾਦ ਦਾ ਯਕੀਨ ਪ੍ਰਚਲਿਤ ਹੈ। ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਫਿਰ ਅੱਗੇ ਫਰਮਾਉਂਦੇ ਹਨ, ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਜਾਂ ਤਿਸ ਭਾਵੈ, ਜੇ ਉਸ ਵਾਹਿਗੁਰੂ ਨੂੰ ਚੰਗਾ ਲੱਗੇ, ਮੈਂ ਭਾ ਜਾਵਾਂ, ਜੇ ਮੈਂ ਉਹਦੀ ਇਬਾਦਤ ਨਾਲ ਉਹਨੂੰ ਚੰਗਾ ਲੱਗਾ ਤੇ ਉਹ ਬੜੀ ਕਿਰਪਾ ਕਰਦਾ ਹੈ। ਜਿਹੜਾ ਜੀਵਨ ਨੂੰ ਭਾ ਜਾਂਦਾ ਹੈ ਉਹ ਆਪ ਕਿਰਪਾ ਕਰਕੇ ਆਪਣਾ ਹੁਕਮ ਜੀਵ ਕੋਲੋਂ, ਉਹਦੇ ਜੀਵਨ ਕੋਲੋਂ, ਉਹਦੇ ਇੰਦਰੀਆਂ ਕੋਲੋਂ ਮਨਵਾ ਲੈਂਦਾ। ਭਾਵ ਫਿਰ ਹੁਕਮ ਮੰਨਣ ਵਾਲਾ ਜਿਹੜਾ ਸਹਿਜ ਸੁਭਾਅ ਹੀ ਉਹਦੇ ਹੁਕਮ ਦੇ ਅਨੁਕੂਲ ਤੁਰ ਪੈਂਦਾ। ਉਹਨੂੰ ਕੋਈ ਪਰਾਇਆਪਨ ਨਹੀਂ ਲੱਗਦਾ ਉਹਦਾ ਹੁਕਮ ਮੰਨਣਾ। ਉਹਨੂੰ ਵਾਹਿਗੁਰੂ ਦੇ ਹੁਕਮ ਵਿੱਚ ਜੀਣ ਵਿੱਚ ਕੋਈ ਕਠਿਨਾਈ ਨਹੀਂ ਆਉਂਦੀ। ਉਹ ਫਿਰ ਸਹਿਜ ਸੁਭਾਅ ਹੀ ਵਾਹਿਗੁਰੂ ਦੇ ਹੁਕਮ ਵਿੱਚ ਉਹਦੇ ਅਨੁਕੂਲ ਹੋ ਕੇ ਉਹਦੇ ਮੁਤਾਬਕ ਢਲ ਜਾਂਦਾ ਹੈ ਜਦੋਂ ਉਹ ਆਪ ਕਿਰਪਾ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ ਐਸੀ ਬੁੱਧੀ, ਬੁੱਧੀ ਦਾ ਅਰਥ ਇੱਥੇ ਹੈ ਚੇਤਨਤਾ, ਇਹੋ ਜਿਹੀ ਚੇਤਨਤਾ, ਇਹੋ ਜਿਹੀ ਸੋਝੀ ਮੇਰੇ ਅੰਦਰ ਸਮਾ ਗਈ ਹੈ, ਚੂਕ ਗਈ ਫਿਰ ਆਵਨ ਜਾਣੀ। ਕਹਿੰਦੇ ਆਵਾਗਵਣ ਭਟਕਣਾ ਦਾ ਗੇੜਾ ਮੇਰੇ ਅੰਦਰੋਂ ਚੁੱਕ ਗਿਆ, ਖਤਮ ਹੋ ਗਿਆ, ਮੁੱਕ ਗਿਆ। ਕਹੋ ਕਬੀਰ ਭਜ ਸਾਰੰਗ ਪਾਣੀ। ਕਬੀਰ ਜੀ ਆਖਦੇ ਨੇ, ਮੈਂ ਆਪਣੇ ਮਨ ਨੂੰ ਸਮਝਾਉਣਾ ਮਨਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਵਿੱਚ ਹੁਕਮ ਦਾ ਤੀਰ ਕਮਾਨ ਹੈ, ਜਿਹਦੇ ਹੁਕਮ ਦਾ ਬਾਣ ਦੁਨੀਆ ਦੀ ਕੋਈ ਵੀ ਤਾਕਤ ਟਾਲ ਨਹੀਂ ਸਕਦੀ, ਜਿਹਦੇ ਨਿਸ਼ਾਨੇ ਤੋਂ ਕੋਈ ਵੀ ਚੀਜ਼ ਬਚ ਨਹੀਂ ਸਕਦੀ। ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਉਰਵਾਰ ਪਾਰ ਸਭ ਏਕੋ ਦਾਨੀ। ਉਰਵਾਰ ਉਰਲਾ ਪਾਸਾ ਤੇ ਪਾਰ ਪਰਲਾ ਪਾਸਾ। ਭਾਵ ਇੱਥੇ ਉਥੇ, ਲੋਕ ਪ੍ਰਲੋਕ, ਕੀ ਹਾਂ ਉਹ ਹਾਂ, ਹਰ ਜਗ੍ਹਾ ਉਹ ਵਾਹਿਗੁਰੂ ਆਪ ਹੀ ਹਰ ਇੱਕ ਜਗ੍ਹਾ ਦਾ ਮਾਲਕ ਹੈ।
हर जगह का वो आप ही पहरू है, हर जगह का वो आप ही सिरजनहार है, नायक है, परमेश्वर है, सब कुछ ਉਹਦੇ हथ वस है। उस ऐसे परमेश्वर सर्ब कला ਸਮਰਾਟ वाहिगुरु ਨੂੰ जाप, उस दा चेता कर। हजूर किरपा करन, शब्द का उपदेश साडे मन मस्तक विच वसे, भुल चुक दी खिमा, गुरु फतेह नाल सांझ बनाइए। वाहिगुरु जी का खालसा, वाहिगुरु जी की फतेह।